ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬ੍ਰੇਕ ਤੋਂ ਬਾਅਦ ਫਿਰ ਤੋਂ ਤੁਹਾਡਾ ਬਹੁਤ ਹੀ ਨਿੱਘਾ ਸਵਾਗਤ ਕਰਦੇ ਹਾਂ ਜੀ ਬ੍ਰੇਕਫਾਸਟ ਸ਼ੋ ਦੇ ਇਸ ਦੂਜੇ ਭਾਗ ਦੇ ਵਿੱਚ। ਤੇ ਇਸ ਭਾਗ ਦੇ ਵਿੱਚ ਸਾਡੇ ਜਿਹੜੇ ਗੈਸਟ ਮਹਿਮਾਨ ਉਹ ਵੀ ਪਹੁੰਚੇ ਹੋਏ ਨੇ ਸਟੂਡੀਓ ਦੇ ਵਿੱਚ ਤੇ ਉਹਨਾਂ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ। ਤੇ ਅੱਜ ਦੇ ਜਿਹੜੇ ਸਾਡੇ ਗੈਸਟ ਨੇ ਆਏ ਨੇ ਜੀ ਆਰਟ ਸਿੱਖ ਆਰਗੇਨਾਈਜੇਸ਼ਨ ਵੱਲੋਂ ਤੇ ਉਹਨੇ ਜੀ ਪਿੰਦਰ ਚੋਪੜਾ ਤੇ ਉਹਨਾਂ ਦੇ ਨਾਲ ਨੇ ਤਰਨ ਸਿੰਘ। ਉਹਨਾਂ ਨੂੰ ਫਤਿਹ ਬੁਲਾਉਂਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਡਾ ਸਵਾਗਤ ਕਰਦੇ ਆ ਜੀ ਅੱਜ ਦੇ ਬ੍ਰੇਕਫਾਸਟ ਸ਼ੋ ਦੇ ਵਿੱਚ। ਤੇ ਸਭ ਤੋਂ ਪਹਿਲਾਂ ਤਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਆਰਟ ਸਿੱਖ ਦੇ ਬਾਰੇ, ਜਿਹੜੇ ਤੁਸੀਂ ਆਰਗੇਨਾਈਜੇਸ਼ਨ ਚਲਾਈ ਹੋਈ ਆ, ਇਹਦੇ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਜੀ। ਸੋ ਲਿਟਲ ਵਾਈਲ ਬੈਕ ਅਸੀਂ ਜਦੋਂ ਬਾਬਾ ਸੂਰਤ ਸਿੰਘ ਬਾਰੇ ਕਾਫੀ ਨਿਊਜ਼ ਦੇ ਵਿੱਚ ਚੱਲਿਆ ਸੀਗਾ ਨਾ, ਉਸ ਵੇਲੇ ਅਸੀਂ ਸੋਚਿਆ ਸੀ ਅਸੀਂ ਕਿਸ ਤਰ੍ਹਾਂ ਲੋਕਾਂ ਨੂੰ ਜਾਣਕਾਰੀ ਕਰਾ ਸਕਦੇ ਹਾਂ ਇਸ ਮਸਲੇ ਬਾਰੇ ਜੀ। ਸੋ ਉਸ ਵੇਲੇ ਅਸੀਂ ਜਿੱਦਾਂ ਛੋਟੇ ਹੁੰਦੇ ਜਿੱਦਾਂ ਆਰਟ ਕਰਦੇ ਆਏ ਹਾਂ, ਅਸੀਂ ਜਿਹੜੀ ਸਕਿੱਲ ਸਾਡੇ ਕੋਲ ਹੈਗੀ ਆ, ਅਸੀਂ ਸੋਚਿਆ ਪਏ ਅਸੀਂ ਉਹ ਸਕਿੱਲ ਵਰਤ ਕੇ ਜਿੱਦਾਂ ਅਵੇਅਰਨੈਸ ਕਿੱਦਾਂ ਅਸੀਂ ਰੇਜ਼ ਕਰ ਸਕਦੇ ਹਾਂ ਨਾ। ਸੋ ਉਸ ਵੇਲੇ ਅਸੀਂ ਸੋਚਿਆ ਸੀ ਅਸੀਂ ਇੱਕ ਆਰਟ ਐਗਜ਼ੀਬਿਸ਼ਨ ਕਰ ਸਕਦੇ ਹਾਂ ਐਂਡ ਉਹਦੇ ਵਿੱਚ ਅਸੀਂ ਆਪਣਾ ਆਰਟ ਵਰਕ ਪਾ ਕੇ ਐਂਡ ਮੇਬੀ ਵੀ ਕੈਨ ਇੰਸਪਾਇਰ ਅਦਰ ਪੀਪਲ ਐਂਡ ਮੇਕ them aware ਕਿ ਕੀ ਹੋ ਰਿਹਾ ਹੈਗਾ ਨਾ। ਸੋ ਉਸ ਵੇਲੇ ਅਸੀਂ ਜਦੋਂ ਦੇਖਿਆ ਅਸੀਂ ਕੀ ਦੇਖਿਆ ਐਂਡ ਦ ਇਨਫੋਰਮੇਸ਼ਨ that we got back from the artists was that ਉਹਨਾਂ ਦੇ ਵਾਸਤੇ ਜਿੱਦਾਂ ਕੋਈ ਸਪੋਰਟ ਨਹੀਂ ਸੀਗਾ ਸਾਡੇ ਕਮਿਊਨਿਟੀ ਦੇ ਵਿੱਚ। ਜਿੱਦਾਂ ਇੰਨਾ ਜ਼ਿਆਦਾ ਪੇਰੈਂਟਸ ਆਪਣੇ ਬੱਚਿਆਂ ਨੂੰ ਇਨਕਰੇਜ ਨਹੀਂ ਇੰਨਾ ਕਰਦੇ ਆਰਟ ਬਾਰੇ ਹੈ ਨਾ। ਉਹ ਕਹਿੰਦੇ ਪਏ ਇਹ ਚੀਜ਼ ਜਿੱਦਾਂ ਇਟਸ ਹਾਰਡ ਟੂ ਵਰਕ ਇਨ ਦਿਸ ਫੀਲਡ ਹੈ ਨਾ। ਸੋ ਉਸ ਵੇਲੇ ਅਸੀਂ ਸੋਚਿਆ ਪਿਆ ਇੱਕ ਆਰਗੇਨਾਈਜੇਸ਼ਨ ਹੈ ਨਹੀਂ ਆਰਟਿਸਟ ਨੂੰ ਸਪੋਰਟ ਕਰਨ ਵਾਸਤੇ, ਉਹਨਾਂ ਨੂੰ ਹੈਲਪ ਕਰਨ ਵਾਸਤੇ, ਐਡਵਾਈਸ ਦੇਣ ਵਾਸਤੇ। ਸੋ ਉਸ ਵੇਲੇ ਅਸੀਂ ਆਰਟ ਸੀਕ ਸੈਟਅਪ ਕੀਤੀ ਸੀਗੀ। ਤਾਂ ਅਸੀਂ ਸੋਚਿਆ ਵੀ ਕੈਨ ਗੋ ਐਂਡ ਅਪਰੋਚ ਡਿਫਰੈਂਟ ਗੁਰਦੁਆਰੇ, ਡਿਫਰੈਂਟ ਕਮਿਊਨਿਟੀ ਸੈਂਟਰਸ and start to ask them can we have a space to do an exhibition. ਸੋ ਉਹ ਸ਼ੁਰੂ ਤੋਂ ਫਿਰ ਅਸੀਂ ਜਿੱਦਾਂ ਐਕਸੀਬਿਸ਼ਨ ਕਰਨ ਲੱਗ ਪਏ ਸੀ ਗੁਰਦੁਆਰਿਆਂ ਦੇ ਵਿੱਚ। ਸੋ ਹੁਣ ਜਦੋਂ ਗੁਰੂ ਨਾਨਕ ਦੇਵ ਜੀ ਦੇ 2015 ਦੇ ਵਿੱਚ ਆਪਾਂ ਸ਼ੁਰੂ ਕੀਤਾ ਸੀਗਾ। ਹੁਣ ਦੇਖੋ ਅਸੀਂ ਗੁਰਦੁਆਰਾ ਦੇ ਵਿੱਚ ਕਰਦੇ ਆਏ ਹਾਂ। ਹੁਣ ਦਿਸ ਇਜ਼ ਮੇਬੀ ਸੈਕੰਡ ਟਾਈਮ ਅਸੀਂ ਕੋਈ ਮੇਨ ਸਾਈਟ ਦੇ ਵਿੱਚ ਅਸੀਂ ਜਿੱਦਾਂ ਕਰਨ ਲੱਗੇ। ਸੋ ਬਰਮਿੰਘਮ ਲਾਇਬ੍ਰੇਰੀ, ਸੈਂਟਰਲ ਲਾਇਬ੍ਰੇਰੀ ਦੇ ਵਿੱਚ ਸਾਡਾ ਐਕਸੀਬਿਸ਼ਨ ਲੱਗਾ ਨਵੰਬਰ ਤੋਂ। ਸੋ 2 ਹਫ਼ਤੇ ਹੋਰ ਲੱਗਣਾ ਹੈਗਾ ਐਂਡ ਇਹ ਐਕਸੀਬਿਸ਼ਨ ਮੇਨਲੀ ਗੁਰੂ ਨਾਨਕ ਦੇਵ ਜੀ ਬਾਰੇ ਆ। ਸੋ ਕਿਉਂਕਿ ਇਸ ਸਾਲ 550 ਸਾਲ ਸਾਰੇ ਸਿੱਖ ਮਨਾ ਰਹੇ ਨੇ। ਸੋ ਉਸ ਵਾਸਤੇ ਅਸੀਂ ਜਿੱਦਾਂ ਆਰਟ ਐਕਸੀਬਿਸ਼ਨ ਆਰਗੇਨਾਈਜ਼ ਕੀਤਾ ਸੀ ਉੱਥੇ। ਸੋ ਮੇਨ ਬਰਮਿੰਘਮ ਲਾਇਬ੍ਰੇਰੀ ਦੇ ਵਿੱਚ ਜਿੱਦਾਂ ਪਹਿਲੀ ਵਾਰੀ ਉੱਥੇ ਸਿੱਖਾਂ ਬਾਰੇ ਸੋ ਇੱਕ ਵੀਕ ਹੋ ਗਿਆ ਉੱਥੇ ਐਕਸੀਬਿਸ਼ਨ ਲੱਗੇ ਨੂੰ? ਨਹੀਂ ਜਿੱਦਾਂ 1 ਮਹੀਨਾ ਹੋ ਗਿਆ ਉਹਦਾ। ਹਾਂ 2 ਹਫ਼ਤੇ ਹੋਰ 30 ਜਨਵਰੀ ਤੱਕ ਉੱਥੇ ਹੋਣਾ। ਤਾਂ ਮੰਡੇ ਟੂ ਸੈਟਰਡੇ 11 ਵਜੇ 5 ਵਜੇ ਤੱਕ ਉੱਥੇ ਖੁੱਲ੍ਹਾ ਹੁੰਦਾ। ਜਦੋਂ ਤੁਸੀਂ ਲਾਇਬ੍ਰੇਰੀ ਅੰਦਰ ਜਾਓ ਤਾਂ ਰਾਈਟ ਹੈਂਡ ਸਾਈਡ 'ਤੇ ਇੱਕ ਕੈਫੇ ਹੁੰਦੀ ਹੈ ਨਾ, ਉੱਥੇ ਉੱਪਰ ਜਾ ਕੇ ਮੈਜ਼ਨੀਨ ਦੇ ਵਿੱਚ ਜਾ ਕੇ ਤੁਸੀਂ ਉੱਥੇ ਸਾਰੀਆਂ ਫੋਟੋਆਂ ਦੇਖ ਸਕਦੇ ਆ। ਸੋ ਉੱਥੇ ਪਬਲਿਕ ਦੇ ਵਿੱਚ ਸਾਰੇ ਜਿਹੜੇ ਵੀ ਉੱਥੇ ਲਾਇਬ੍ਰੇਰੀ ਜਾਂਦੇ ਆ ਸਾਰੇ ਦੇਖਦੇ ਆ, ਡਿਫਰੈਂਟ ਧਰਮਾਂ ਤੋਂ ਜਿਹੜੇ ਆਉਂਦੇ ਆ, ਗੋਰੇ ਵੀ ਜਿਹੜੇ ਉੱਥੇ ਜਾਂਦੇ ਆ। ਸੋ ਇਟਸ ਰੀਲੀ ਨਾਈਸ ਜਿੱਦਾਂ ਪਬਲਿਕ ਪਲੇਸ ਦੇ ਵਿੱਚ ਕਈ ਜਿਹੜੇ ਆਪਣੇ ਸਾਨੂੰ ਜਿੱਦਾਂ ਮੈਸੇਜਿਸ ਆਏ ਨੇ ਜਿਨ੍ਹਾਂ ਨੂੰ ਪਤਾ ਨਹੀਂ ਸੀ ਉੱਥੇ ਲੱਗਿਆ, ਉਹ ਅਚਾਨਕ ਜਿੱਦਾਂ ਗਏ ਤਾਂ ਉਹਨਾਂ ਨੇ ਜਦੋਂ ਦੇਖਿਆ ਖੁਸ਼ ਬਹੁਤ ਹੁੰਦੇ। ਜਿਸ ਤਰ੍ਹਾਂ ਤੁਸੀਂ ਦੱਸ ਰਹੇ ਕਿ ਐਗਜ਼ੀਬਿਸ਼ਨ ਲੱਗੀ ਹੈ ਤਕਰੀਬਨ 30 ਜਨਵਰੀ ਤੱਕ ਰਹੇਗੀ। ਹਾਂਜੀ 2 ਹਫ਼ਤੇ ਹੋਰ। 2 ਹਫ਼ਤੇ ਹੋਰ ਆ ਤੇ ਇਹਦਾ ਤੁਹਾਨੂੰ ਕਿੰਨਾ ਕੁ ਹੁੰਗਾਰਾ ਜਿਹੜਾ ਮਿਲਦਾ ਆ ਜਾਂ ਕਿੰਨੇ ਕੁ ਜਿਹੜੇ ਲੋਕ ਦੇਖਣ ਵਾਸਤੇ ਆਉਂਦੇ ਆ? ਕਦੇ ਸਿੱਖ ਹੀ ਆਉਂਦੇ ਆ ਕਿ ਜਾਂ ਦੂਸਰੇ ਧਰਮ ਦੇ ਲੋਕ ਜਿਹੜੇ ਆ ਉਹ ਵੀ ਆਉਂਦੇ ਆ ਜਾਂ ਕਿੰਨੇ ਕੁ ਤੁਹਾਨੂੰ ਮਿਲਦਾ? ਨਹੀਂ ਕਾਫੀ ਹੁਣ ਦੇਖੋ ਜਿਹੜੀ ਮੇਨ ਸੈਂਟਰਲ ਲਾਇਬ੍ਰੇਰੀ ਆ ਉੱਥੇ ਮੇਨ ਲਾਇਬ੍ਰੇਰੀ ਆਫ ਬਰਮਿੰਘਮ ਹੈ, ਉੱਥੇ ਮਿਊਜ਼ੀਅਮ ਵੀ ਨਾਲ ਆ, ਸੈਂਟਰਲ ਪਲੇਸ ਹੈਗਾ ਮੇਨ ਪਬਲਿਕ ਦੇ ਵਿੱਚ। ਸੋ ਉੱਥੇ ਤਕਰੀਬਨ ਜਿੱਦਾਂ ਥਾਊਜ਼ੈਂਡਸ ਆਫ ਪੀਪਲ ਐਵਰੀ ਡੇ ਜਾਂਦੇ ਹੈਗੇ ਆ ਨਾ, ਲਾਈਕ ਉੱਥੇ ਕੈਫੇ ਵੀ ਬਹੁਤ ਚੱਲਦੀ ਆ। ਸੋ ਉੱਥੇ ਐਵਰੀ ਡੇ ਨਾਲੇ ਆਪਾਂ ਇਨਵਾਈਟ ਵੀ ਭੇਜਿਆ ਜਿੱਦਾਂ ਦੂਜੇ ਧਰਮਾਂ ਨੂੰ, ਇੰਟਰਫੇਥ ਵੀ ਕਾਫੀ ਆਪਾਂ ਇਵੈਂਟਸ ਕਰਦੇ ਨੇ ਹੈ ਨਾ। ਸੋ ਜਦੋਂ ਆਪਾਂ ਆਰਟ ਵਰਕ ਕਰਨ ਲੱਗ ਪਏ ਕਿਉਂਕਿ ਇੱਕ ਚੀਜ਼ ਆ ਆਰਟ ਵਰਕ ਬਾਰੇ, ਇਟਸ ਵੈਰੀ ਈਜ਼ੀ ਟੂ ਕਮਿਊਨੀਕੇਟ ਵਿਦ ਅਦਰ ਪੀਪਲ ਹੈ ਨਾ। ਹੁਣ ਜਦੋਂ ਆਪਾਂ ਪ੍ਰਚਾਰ ਕਰਦੇ ਪਰ ਜਿੱਦਾਂ ਜਦੋਂ ਆਰਟਿਸਟ ਬਿੰਦਰ ਵਰਗੇ ਜਿਹੜੇ ਆਪਣਾ ਆਰਟ ਆਪਣੇ ਜਿੱਦਾਂ ਇਮੈਜੀਨੇਸ਼ਨ ਦੇ ਵਿੱਚੋਂ ਬਣਾਉਂਦੇ ਇੰਸਪੀਰੇਸ਼ਨ ਵਾਸਤੇ, ਉਹ ਫਿਰ ਈਜ਼ੀ ਕਮਿਊਨੀਕੇਸ਼ਨ ਬਣ ਜਾਂਦੀ, ਜਿੱਦਾਂ ਕੁਝ ਕਹਿਣ ਦੀ ਲੋੜ ਨਹੀਂ ਹੁੰਦੀ। ਬਿਲਕੁਲ ਇਹ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦੀ ਸੀ, ਤੁਹਾਨੂੰ ਕਿੱਥੋਂ ਇੰਸਪੀਰੇਸ਼ਨ ਮਿਲੀ ਕਿ ਤੁਹਾਨੂੰ ਗੁਰੂ ਨਾਨਕ ਦੇਵ ਜੀ ਤੇ ਬਣਾਉਣੇ ਚਾਹੀਦੇ ਆ ਪੋਰਟਰੇਟ ਜਿੱਦਾਂ ਤੁਸੀਂ ਬਣਾਉਂਦੇ ਹੋ ਨਾ, ਤੁਹਾਡੇ ਐਗਜ਼ੀਬਿਸ਼ਨ ਦੇ ਵਿੱਚ ਵੀ ਲੱਗੇ ਹੋਏ ਆ, ਤੇ ਇਹਦੇ ਬਾਰੇ ਤੁਸੀਂ ਦੱਸੋ। ਮੈਨੂੰ ਇੰਸਪੀਰੇਸ਼ਨ ਜ਼ਿਆਦਾ ਤੋਂ ਜ਼ਿਆਦਾ ਬਾਣੀ ਤੋਂ ਜਾਂ ਗੁਰੂ ਨਾਨਕ ਦੇਵ ਜੀ ਦੀ ਲਾਈਫ ਤੋਂ ਸਾਖੀਆਂ ਸੁਣ ਕੇ ਜੋ ਛੋਟੇ ਹੁੰਦੇ ਤੋਂ ਮੈਨੂੰ ਸੁਣਾਈਆਂ ਗਈਆਂ, ਮੇਰੇ ਮੰਮੀ ਡੈਡੀ ਸੁਣਾਉਂਦੇ ਆਏ ਆ। ਫਿਰ ਉਹਦੇ ਵਿੱਚੋਂ
ਮਨੀ ਮਨ ਥੋੜੀ ਜਿਹੀ ਜੋ ਤਸਵੀਰ ਜੀ ਬਣ ਲੱਪਣ ਦੀ ਆ ਨਾ, ਉਹ ਕਹਿ ਲਓ ਪਏ ਇੱਕ 2000 ਬਣ ਜਾਂਦਾ ਰੂਪ ਜਿਹਾ ਆਪਣੇ ਮਨ ਦੇ ਵਿੱਚ ਵੀ ਹਾਂ ਵੀ ਸ਼ਾਇਦ ਗੁਰੂ ਨਾਨਕ ਜੀ ਦਾ ਹੀ ਹੋਣਗੇ। ਹਾਂ ਵਾਕਈ ਤਾਂ ਹੈਗਾ ਤਾਂ ਇਹ ਫਰਜ਼ੀ ਆ, ਡਿਪਿਕਸ਼ਨ ਆ, ਹਕੀਕਤ ਨਹੀਂ, ਪਰ ਉਹ ਜੋ ਚਾਅ ਜਿਹਾ ਪੈਦਾ ਹੋ ਜਾਂਦਾ ਹੈ ਨਾ, ਫਿਰ ਹੋਵੇ ਮੈਂ ਪੇਂਟਿੰਗ ਕਰ ਦਿੰਦਾ ਹੈ ਨਾ। ਪਰ ਹਾਂ ਜ਼ਿਆਦਾ ਜੋ ਮੈਂ ਸੁਣਿਆ ਹੈ ਮੰਮੀ ਡੈਡੀ ਤੋਂ ਹੈ ਨਾ, ਜਾਂ ਆਪ ਪੜ੍ਹਿਆ ਆ ਜਾਂ ਬਾਣੀ ਸੁਣੀ ਆ। ਕਿੰਨਾ ਟਾਈਮ ਹੋਇਆ ਤੁਹਾਨੂੰ ਇਹ ਬਣਾਉਂਦੇ ਹੋਏ? ਜਿੱਦਾਂ ਮੈਂ ਸ਼ੁਰੂ ਤੋਂ ਹੀ ਮੈਨੂੰ ਚਾਅ ਸੀ ਹੈ ਨਾ ਇਹਦੇ ਵਿੱਚ। ਤੇ ਆਲ ਪੇਂਟਸ ਮੈਂ ਸਕੂਲੇ ਕਰ ਲੱਗ ਪਿਆ ਸੀ, ਤੇ ਹੁਣ ਜੇ ਮੈਂ ਡਿਜੀਟਲ ਪੇਂਟਿੰਗ ਕਰਦਾ ਆ ਇਹਨੂੰ ਹੋ ਗਏ ਉਹਨੇ 5-6 ਸਾਲ ਕਰਦੇ ਆ। ਪਰ ਸ਼ੁਰੂ ਤੋਂ ਹੀ ਮੈਨੂੰ ਇਹਦੇ ਵਿੱਚ ਦੁਆ ਸੀ ਕਿ ਦਾ ਸ਼ੌਕ ਸੀ ਮੇਰਾ। ਹਾਂਜੀ। ਸੋ ਕਿੰਨਾ ਕੁ ਰਿਸਪੌਂਸ ਤੁਹਾਨੂੰ ਮਿਲਦਾ ਹੈਗਾ ਜਦੋਂ ਤੁਸੀਂ ਕੋਈ ਪੇਂਟਿੰਗ ਬਣਾਉਂਦੇ ਆ, ਕੋਈ ਪੋਰਟਰੇਟ ਬਣਾਉਂਦੇ ਆ? ਜਿਵੇਂ ਇਹਨਾਂ ਨੇ ਦੱਸਿਆ ਕਿ ਐਗਜ਼ੀਬਿਸ਼ਨ ਦੇ ਵਿੱਚ ਤੁਹਾਡੀਆਂ ਲੱਗੀਆਂ ਹੋਈਆਂ ਪੇਂਟਿੰਗਸ, ਕਿਵੇਂ ਦਾ ਰਿਸਪੌਂਸ ਤੁਹਾਨੂੰ ਮਿਲਦਾ ਹੈਗਾ ਵਿਊਅਰਸ ਤੋਂ? ਵਿਊਅਰਸ ਤੋਂ ਜ਼ਿਆਦਾ ਤੋਂ ਜ਼ਿਆਦਾ ਪੋਜ਼ਿਟਿਵ ਹੀ ਮਿਲਦਾ ਆ, ਖਰਾ ਪਸੰਦ ਕਰਦੇ ਆ। ਇੱਕ ਅੱਧਾ ਹੋ ਜਾਂਦਾ ਹੈ ਜੋ ਨਾ ਨਹੀਂ ਅੰਡਰਸਟੈਂਡ ਕਰਦਾ ਹੈ ਨਾ, ਉਹ ਤਾਂ ਲਾਜ਼ਮੀ ਹੈ, ਤਾਂ ਹੁੰਦਾ ਹੀ ਇਦਾਂ ਹੈ ਨਾ, ਹਰ ਉਹ ਤਾਂ ਹੁੰਦਾ ਹੀ, ਐਕਸਪੈਕਟ ਕਰਨਾ ਹੀ ਪੈਂਦਾ ਆ। ਪਰ ਮੋਸਟਲੀ ਪੋਜ਼ਿਟਿਵ ਆ, ਹੱਲਾਸ਼ੇਰੀ ਬਹੁਤ ਮਿਲਦੀ ਆ ਹੈ ਨਾ, ਪਰਿਵਾਰ ਤੋਂ, ਮੰਮੀ ਡੈਡੀ ਤੋਂ, ਮੇਰੇ ਦੋਸਤ, ਮੇਰੇ ਕੋਲੀਗਸ ਕੰਮ ਤੇ ਜੋ ਸਾਰੇ ਆ ਹੈ ਨਾ, ਕਜ਼ਨਸ, ਬਹੁਤ ਹੱਲਾਸ਼ੇਰੀ ਮਿਲਦੀ ਆ। ਜਦੋਂ ਤੁਸੀਂ ਕੋਈ ਇਸ ਤਰ੍ਹਾਂ ਬਣਾਉਣੇ ਪੇਂਟਿੰਗ ਜਾਂ ਪੋਰਟਰੇਟ ਵਗੈਰਾ ਬਣਾਉਂਦੇ ਆ, ਜਾਂ ਹੁਣ ਡਿਜ਼ਾਈਨ ਵੀ ਤੁਸੀਂ ਕਰਦੇ ਆ ਕਿਉਂਕਿ ਹੁਣ ਤਾਂ ਡਿਜੀਟਲ ਹੋ ਗਈਆਂ ਸਾਰੀਆਂ ਚੀਜ਼ਾਂ, ਹਾਂਜੀ, ਤੇ ਕੀ ਤੁਸੀਂ ਜਿਹੜੇ ਸਾਡੇ ਖਾਸ ਕਰਕੇ ਬੱਚੇ ਨੇ, ਹਾਂਜੀ, ਉਹਨਾਂ ਵਾਸਤੇ, ਉਹਨਾਂ ਨੂੰ ਇੰਸਪੀਰੇਸ਼ਨ ਦੇਣ ਵਾਸਤੇ ਤੁਸੀਂ ਉਹਨਾਂ ਲਈ ਕਿਸ ਤਰ੍ਹਾਂ ਦੀਆਂ ਜਿਹੜੀਆਂ ਇਹ ਪੇਂਟਿੰਗ ਜਾਂ ਪੋਰਟਰੇਟ ਬਣਾਉਂਦੇ ਤੁਸੀਂ? ਯਕੀਨ ਮੰਨਿਓ ਮੈਂ ਤਾਂ ਹੀ ਬਣਾਉਂਦਾ ਵੀ ਬੱਚੇ ਨੂੰ ਇੰਸਪੀਰੇਸ਼ਨ ਮਿਲੇ ਹੈ ਨਾ, ਵੀ ਕੁਛ ਉਹਨਾਂ ਨੂੰ ਦਿਸੇ ਨਾ ਤੇ ਖਿੱਚ ਪਵੇ। ਠੀਕ ਹੈ ਨਾ, ਵੀ ਹੁਣ ਕਈ ਤਰ੍ਹਾਂ ਦੀ ਤੁਸੀਂ ਕਈ ਤਰ੍ਹਾਂ ਤੁਸੀਂ ਸਿੱਖ ਸਕਦੇ ਆ, ਪੜ੍ਹ ਕੇ ਸਿੱਖ ਸਕਦੇ ਆ ਨਾ, ਵਿਜ਼ੂਅਲਾਈਜੇਸ਼ਨ ਵੀ ਹੈਗੀ ਆ, ਤੇ ਜੋ ਇਹ ਫੀਲਡ ਹੈ ਵਿਜ਼ੂਅਲਾਈਜੇਸ਼ਨ ਦਾ ਫੀਲਡ ਆ, ਹੈ ਦੇਖ ਕੇ ਤੁਹਾਨੂੰ ਉਸ ਪਾਸੇ ਨਾ ਮਨ ਜਾਂਦਾ ਹੈ ਤੁਹਾਡਾ। ਤਾਂ ਇਹੀ ਮੈਂ ਚਾਹੁੰਦਾ ਵੀ ਕਿਸ ਤਰ੍ਹਾਂ ਵੀ ਮਨ ਉਸ ਪਾਸੇ ਜਾਵੇ ਹੈ ਨਾ, ਇਹ ਨਹੀਂ ਵੀ ਮੈਂ ਪੇਂਟਿੰਗ ਤਾਂ ਬਣਾਉਂਦਾ ਪਈ ਹੈ ਨਾ, ਵੀ ਕੋਈ ਇਹਦੇ ਮੋਢੇ 'ਤੇ ਸੋਚ ਪਿਆ ਇਹੀ ਗੁਰੂ ਨਾਨਕ ਦੇਵ ਜੀ ਜਾ ਹੈ ਨਾ, ਵੀ ਇਹਨੂੰ ਅਸੀਂ ਪੂਜੀਏ, ਇੱਦਾਂ ਦੀ ਕੋਈ ਗੱਲ ਨਹੀਂ ਹੈ ਨਾ। ਇੱਦਾਂ ਹੋਵੇ ਵੀ ਇਹਨੂੰ ਦੇਖ ਕੇ ਧਿਆਨ ਉਧਰ ਉਸ ਪਾਸੇ ਜਾਵੇ, ਉਸ ਪਾਸੇ ਜਾਵੇ, ਧਿਆਨ ਉਸ ਪਾਸੇ ਜਾਵੇ ਨਾ। ਕੀ ਤੁਸੀਂ ਜਿੱਦਾਂ ਛੋਟੇ ਸਾਹਿਬਜ਼ਾਦੇ ਆ, ਕੋਈ ਇਹਨਾਂ ਦੀ ਵੀ ਇਸ ਤਰ੍ਹਾਂ ਦੀ ਬਣਾਈ ਕੋਈ? ਮੈਂ ਇੱਕ ਪੋਇਮ ਲਿਖੀ ਸੀ, ਮੈਂ ਕਹਿੰਦਾ ਥੋੜੀ ਬਹੁਤੀ ਸ਼ਾਇਰੀ ਵੀ ਕਰ ਲੈਂਦਾ, ਬਹੁਤ ਇੰਗਲਿਸ਼ ਤੇ ਪੰਜਾਬੀ 'ਚ ਵੀ ਹੈ ਨਾ। ਤੇ ਮੈਂ ਇੱਕ ਪੋਇਮ ਲਿਖੀ ਸੀ ਨਾ ਗੁਰੂ ਗੋਬਿੰਦ ਸਿੰਘ ਦੀ ਲਾਈਫ ਦੇ ਵਿੱਚ, ਤੇ ਉਹਦੇ ਲਈ ਮੈਂ ਇਲਸਟ੍ਰੇਸ਼ਨ ਵੀ ਕੀਤੀ ਸੀ, ਤੇ ਇੱਕ ਉੱਥੇ ਬਣਾਈ ਸਾਹਿਬਜ਼ਾਦੀ ਨੇ ਪੇਂਟਿੰਗ ਬਣਾਈ। ਪਰ ਹਾਂ ਮੈਂ ਕਰਕੇ ਕੰਮ ਵੀ ਕਰਦਾ ਹਾਂ ਹੈ ਨਾ, ਇਹ ਮੇਰਾ ਸ਼ੌਕ ਜ਼ਿਆਦਾ ਹੈ ਨਾ, ਇੱਕ ਪ੍ਰੋਫੈਸ਼ਨ ਨਹੀਂ। ਅੱਛਾ, ਤੁਸੀਂ ਇੱਕ ਸ਼ੌਕ ਦੇ ਤੌਰ ਤੇ ਸ਼ੌਕ ਤੇ ਕਰਦਾ ਹਾਂ। ਹਾਂਜੀ, ਹਾਂਜੀ, ਬਹੁਤ ਵਧੀਆ। ਕਈ ਆਰਟਿਸਟ ਹੈਗੇ ਜਿੱਦਾਂ ਸ਼ੌਕ ਤੌਰ ਤੇ, ਜਿੱਦਾਂ ਲਾਅ ਆਫ ਦੇਮ, ਜਿੱਦਾਂ ਪੁਲਿਸ ਆਫਿਸਰ ਨੇ, ਜਿੱਦਾਂ ਬੈਂਕ ਦੇ ਵਿੱਚ ਕੰਮ ਕਰਦੇ ਨੇ, ਪਰ ਕਈ ਜਿੱਦਾਂ ਫੁੱਲ ਟਾਈਮ ਵੀ ਆਰਟ ਕਰਦੇ ਆ ਨਾ। ਹੁਣ ਕਈ ਹੁਣ ਜਿੱਦਾਂ ਸਾਡੇ ਕਮਿਊਨਿਟੀ ਦੇ ਵਿੱਚ ਬਹੁਤ ਕਹਿੰਦੇ ਪਏ ਆਰਟ ਦੇ ਵਿੱਚ ਕੁਝ ਰੱਖਿਆ ਨਹੀਂ, ਤੁਸੀਂ ਕੰਮ ਕਿੱਦਾਂ ਕਰੋਗੇ? ਪਰ ਲਾਅ ਆਫ ਅਸ ਜਿੱਦਾਂ ਅਸੀਂ ਆਰਟ ਵਿੱਚ ਕੰਮ ਕਰਦੇ ਹਾਂ ਠੀਕ ਨੇ, ਐਂਡ ਵੀ ਮੇਕ ਆ ਲਿਵਿੰਗ ਥਰੂ ਆਰਟ ਐਂਡ ਡਿਜ਼ਾਈਨ। ਹੁਣ ਦੇਖੋ ਇਫ ਯੂ ਲੁੱਕ ਅਰਾਊਂਡ, ਦੇਖੋ ਫਿਲਮਾਂ ਵੀ ਬਣਦੀਆਂ, ਪੋਸਟਰ ਬਣਦੇ ਆ, ਸਾਰੇ ਆਰਟ ਦੇ ਨਾਲ ਬਣਦੇ ਹੈਗੇ, ਲਾਈਕ ਬਿਲਡਿੰਗਾਂ ਡਿਜ਼ਾਈਨ ਹੁੰਦੀ ਆ, ਉਹ ਵੀ ਆਰਟ ਥਰੂ, ਡਿਜ਼ਾਈਨ ਥਰੂ ਹੈ ਨਾ। ਸੋ ਇਹ ਜਿਹੜੀ ਚੀਜ਼ ਹੈ, ਜੇ ਅਸੀਂ ਆਪਣੇ ਬੱਚਿਆਂ ਨੂੰ ਇਨਕਰੇਜ ਕਰੀਏ, ਇਹਦੇ ਵਿੱਚ ਕਾਫੀ ਫੁਲਫਿਲਿੰਗ, ਤਾਂ ਜਿੱਦਾਂ ਇੰਟਰਸਟਿੰਗ ਕਰੀਅਰਸ ਵੀ ਬਣ ਸਕਦੇ। ਬਿਲਕੁਲ। ਤੇ ਜਿਹੜੀ ਇਹ ਆਰਟ ਸਿੱਖ ਇਹਨੇ ਤੁਸੀਂ ਕਹਿੰਦੇ ਆ ਕਿ ਐਗਜ਼ੀਬਿਸ਼ਨ ਲਾਈ ਹੋਈ ਆ ਬਰਮਿੰਘਮ ਲਾਇਬ੍ਰੇਰੀ, ਹੋਰ ਕਿੱਥੇ ਸਰਵਿਸਿਜ਼ ਪ੍ਰੋਵਾਈਡ ਕਰਦੇ ਆ ਤੁਸੀਂ? ਹਾਂਜੀ, ਸੋ ਅਸੀਂ ਮੇਨਲੀ ਜਿੱਦਾਂ ਸਪੈਸ਼ਲ ਇਵੈਂਟਸ ਤੇ ਅਸੀਂ ਜਾ ਕੇ ਐਗਜ਼ੀਬਿਸ਼ਨ ਕਰਦੇ ਆ, ਜਦੋਂ ਇੰਟਰਫੇਥ ਇਵੈਂਟਸ ਹੁੰਦੇ ਆ, ਹੁਣ ਕਾਫੀ ਜਿੱਦਾਂ ਵੋਲਸਲ ਬਰਮਿੰਘਮ ਦੇ ਵਿੱਚ ਇੱਕ ਸਾਡੀ ਭੈਣ ਜੀ ਹੈਗੀ ਵੋਲੰਟੀਅਰ ਸਾਡੇ ਨਾਲ ਹੈ ਨਾ, ਸੁਮਨ ਕੌਰ, ਉਹ ਜ਼ਿਆਦਾ ਕਰਕੇ ਆਰਗੇਨਾਈਜ਼ ਕਰਦੇ ਇੱਦਾਂ ਦੀ ਚੀਜ਼ਾਂ, ਪੇ ਦੂਜਿਆਂ ਨੂੰ ਵੀ ਜਿਹੜੇ ਬਾਹਰਲੇ ਲੋਕ ਨੇ ਉਹ ਵੀ ਦੇਖਣ ਪਏ ਸਾਡੇ ਕਮਿਊਨਿਟੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਬਾਰੇ ਉਹਨਾਂ ਨੇ ਏਕਤਾ ਦੀ ਗੱਲ ਕੀਤੀ ਹੈ ਨਾ ਅਸੀਂ। ਸੋ ਇਹ ਜਿਹੜਾ ਮੈਸੇਜ ਅਸੀਂ ਕੋਸ਼ਿਸ਼ ਕਰਦੇ ਆ ਦੂਜਿਆਂ ਨੂੰ ਦਿਖਾਉਣ ਵਾਸਤੇ। ਐਂਡ ਅਸੀਂ ਪਿਛਲੇ ਸਾਲ ਵਿਸਾਖੀ ਤੇ ਅਸੀਂ ਵੋਲਸੋਲ ਆਰਟ ਗੈਲਰੀ ਵੀ ਐਗਜ਼ੀਬਿਸ਼ਨ ਕੀਤਾ ਸੀ, ਉੱਥੇ ਕਾਫੀ ਵੱਡਾ ਐਗਜ਼ੀਬਿਸ਼ਨ ਕੀਤਾ ਸੀ। ਇੱਥੇ ਲਾਈਵ ਦੇ ਵਿੱਚ ਥੋੜੀ ਜਿਹੀ ਘੱਟ ਜਗ੍ਹਾ ਸੀਗਾ, ਸੋ ਅਸੀਂ ਕੇਅਰਫੁਲੀ ਜਿੱਦਾਂ ਉਹਨਾਂ ਦੇ ਨਾਲ ਜਿੱਦਾਂ ਗੱਲ ਕਰਕੇ ਫਿਰ ਸਿਲੈਕਸ਼ਨ ਕੀਤੀ ਸੀ ਨਾ ਗੁਰੂ ਨਾਨਕ ਦੇਵ ਜੀ ਬਾਰੇ। ਸੋ ਇੱਦਾਂ ਵੀ ਕਰਦੇ ਅਸੀਂ, ਆਨਲਾਈਨ ਸਾਡੀ ਵੈਬਸਾਈਟ ਵੀ ਹੈਗੀ, ਇੰਸਟਾਗ੍ਰਾਮ ਤੇ ਵੀ ਅਸੀਂ ਹੈਗੇ ਆ, ਫੇਸਬੁੱਕ ਤੇ, ਤਾਂ ਜ਼ਿਆਦਾ ਕਰਕੇ ਅਸੀਂ ਸ਼ੇਅਰ ਕਰਦੇ, ਜਿੱਦਾਂ ਅਵੇਅਰਨੈਸ ਕਰਾਉਂਦੇ ਆਰਟਿਸਟ ਬਾਰੇ, ਕਿਉਂਕਿ ਕਈ ਆਰਟਿਸਟ ਬਿੰਦਰ ਵਰਗੇ ਵੀ ਜਿੱਦਾਂ ਆਪਣੇ ਸ਼ੌਂਕ ਤੌਰ ਤੇ ਕਰਦੇ ਨੇ,
ਤਾਂ ਕਈਆਂ ਨੂੰ ਪਤਾ ਨਹੀਂ ਲੱਗਦਾ ਇਹਨੇ। ਸੋ ਹੁਣ ਇੱਦਾਂ ਵੀ ਹੈਗਾ ਜਿੱਦਾਂ ਹੁਣ ਮੇਰੇ ਕੋਲ ਮੈਂ ਵੀ 2-3 ਪੀਸ ਕੀਤੇ ਹੋਣੇ, ਇਹਨੇ ਵੀ 2-3 ਪੀਸ, ਮੈਂ ਸਾਰੇ ਇਕੱਲੇ ਕਰਦੇ ਆ। ਅਸੀਂ ਸਾਰਿਆਂ ਨੂੰ ਇਕੱਠੇ ਕਰਕੇ ਹੁਣ ਫਿਰ ਦੇਖੋ ਸਾਡੇ ਕੋਲ 50-60 ਪੀਸਿਸ ਬਣ ਗਏ। ਹੁਣ ਸਾਡੇ ਕੋਲ ਆਰਟਿਸਟ ਦਾ ਰਸ਼ੀਆ ਤੋਂ ਵੀ ਆਰਟਿਸਟ ਹੈਗੇ ਆ, ਇੰਡੀਆ, ਅਮਰੀਕਾ, ਕੈਨੇਡਾ, ਕਿਉਂਕਿ ਅਸੀਂ ਆਨਲਾਈਨ ਸਾਰਾ ਪ੍ਰਚਾਰ ਕਰਦੇ ਨਾ, ਸਾਰਿਆਂ ਨੂੰ ਅਸੀਂ ਇਕੱਠੇ ਹੋ ਕੇ ਸਾਨੂੰ ਸ਼ੇਅਰ ਕਰਦੇ। ਐਂਡ ਦੇयर इज लॉट ऑफ ਰੀਲੀ ਗੁੱਡ ਟੈਲੈਂਟ ਇਨ ਆਰ ਕਮਿਊਨਿਟੀ, ਬਹੁਤ ਟੈਲੈਂਟਡ ਜਿੱਦਾਂ ਆਰਟਿਸਟ ਹੈਗੇ ਆ, ਲਾਈਕ ਯੰਗਸਟਰ ਵੀ ਹੈ ਨਾ। ਐਂਡ ਜਿਹੜੇ ਹੁਣ ਥੋੜ੍ਹੇ ਜਿਹੇ 올ਡਰ ਜਾਂ ਸਾਡੇ ਵਰਗੇ, ਵੀ ਕੈਨ ਗਿਵ them a bit of advice as well, ਹੈ ਨਾ, ਪੇ ਇੱਦਾਂ ਕਰੋ, this is what you need to do, ਹੈ ਨਾ, and a little bit of business advice as well, ਕਿਉਂਕਿ to be able to monetize your artwork and be able to make it into a living, ਕਿਉਂਕਿ ਸਾਡੀ ਕਮਿਊਨਿਟੀ ਦੇ ਵਿੱਚ ਜ਼ਿਆਦਾ ਕਰਕੇ ਹੈ ਨਾ we don't support our artists, ਹੈ ਨਾ, which we're trying to encourage more people to do, buy their artwork। ਹੁਣ ਦੇਖੋ ਮਹਾਰਾਜਾ ਰਣਜੀਤ ਸਿੰਘ ਦੇਖੋ ਕਿੰਨਾ ਆਰਟਵਰਕ ਦੇ ਪੈਟਰਨਾਈਜ਼ ਕਰਦੇ ਹੁੰਦੇ ਸੀਗੇ, ਉਹਨਾਂ ਨੇ ਕਾਰੀਗਰ ਰੱਖੇ ਹੁੰਦੇ ਸੀਗੇ, ਬਾਹਰੋਂ ਉਹ ਸੱਦਦੇ ਹੁੰਦੇ ਸੀ। ਤਾਂ ਦੇਖੋ ਹਰਿਮੰਦਰ ਸਾਹਿਬ ਦੀ ਸੇਵਾ ਦੇ ਵਿੱਚ ਕਿੰਨੇ ਬਿਊਟੀਫੁਲ ਆਰਟਵਰਕ, ਜਿਹੜੇ ਜਿੱਥੇ ਵੀ ਅਸਥਾਨ ਤੇ ਤੁਸੀਂ ਜਾਓ, ਜੇ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਦੇ ਵਿੱਚ ਜਿਹੜੇ ਸ਼ਸਤਰ ਵੀ ਉਹਨਾਂ ਦੇ ਹੁੰਦੇ ਸੀ, ਕਿੰਨੇ ਸੋਹਣੇ ਉਹ ਕਾਰੀਗਰ ਆਰਟਿਸਟਾਂ ਨੇ ਬਣਾਏ ਹੈਗੇ, ਲਾਈਕ ਨੇ ਗੁਰੂ ਗੋਬਿੰਦ ਸਿੰਘ ਦਾ ਚਰੈਨਾ ਦੇਖੋ ਕਿੰਨੇ ਸੋਹਣੇ ਪੈਟਰਨ ਜਿੱਦਾਂ ਆਰਟਵਰਕ ਸੋਨੇ ਦਾ ਬਣਿਆ ਹੈਗਾ। ਤਾਂ ਜੇ ਆਪਾਂ ਦੇਖੋ ਗੁਰੂ ਗ੍ਰੰਥ ਸਾਹਿਬ ਜੀ ਵੱਲ ਦੇਖੀਏ, ਮਹਾਰਾਜ ਨੇ ਦੇਖੋ ਜਦੋਂ ਉਹਨਾਂ ਨੇ ਬਾਣੀ ਲਿਖੀ, ਉਹਨਾਂ ਨੇ ਨਾਲ ਰਾਗ ਵੀ ਜੋੜਿਆ, ਹੈ ਨਾ। ਉਹ ਕਹਿੰਦੇ ਪਏ ਹੁਣ ਰਾਗ ਵੀ ਇੱਕ ਆਰਟ ਹੈਗਾ। ਉਹਨਾਂ ਨੇ ਕਿਹਾ ਪਏ ਜਿੱਦਾਂ ਜਦੋਂ ਆਪਾਂ ਪ੍ਰੈਜ਼ੈਂਟ ਕਰਨੀ ਚੀਜ਼, ਹੈ ਨਾ, ਅਸੀਂ ਜਿੱਦਾਂ ਸੋਹਣੇ ਤਰ੍ਹਾਂ ਬੰਦੇ ਨੂੰ ਇੰਸਪੀਰੇਸ਼ਨ ਵੀ ਮਿਲੇ। ਸੋ ਇਹ ਜਿੱਦਾਂ ਸਾਡੇ ਵਾਸਤੇ, ਅਸੀਂ ਮੇ ਬੀ ਸਾਡੇ ਕਮਿਊਨਿਟੀ ਦੇ ਵਿੱਚ ਕਦਰ ਨਹੀਂ ਕਰਦੇ, ਹੈ ਨਾ, ਪਰ ਗੁਰੂਆਂ ਨੇ ਬਹੁਤ ਜਿੱਦਾਂ ਇਸ ਚੀਜ਼ ਦੇ ਵਿੱਚ ਇੰਪੋਰਟੈਂਸ ਦਿੱਤੀ ਪਏ, ਇਹਦੇ ਨਾਲ ਇੰਸਪੀਰੇਸ਼ਨ ਵੀ ਮਿਲ ਸਕਦਾ। ਬਿੰਦਰ ਜੀ, ਜਿਵੇਂ ਮੈਂ ਇੱਕ ਤੁਹਾਡੀ ਦੇਖਿਆ ਇਹਦੇ ਵਿੱਚ ਪੇਂਟਿੰਗ ਦੇ ਵਿੱਚ ਇੱਕ ਬਾਪੂ ਸੂਰਤ ਸਿੰਘ ਦੀ ਤੁਸੀਂ ਬਣਾਈ ਹੈ, ਤੇ ਦੇਖੋ ਜਿਹੜਾ ਇਨਸਾਨ ਇੰਨੇ ਚਿਰ ਤੋਂ ਹੰਗਰ ਸਟ੍ਰਾਈਕ ਹੈਗੀ, ਤੁਹਾਡੇ ਉਹ ਮਨ 'ਚ ਕਿੱਦਾਂ ਆਇਆ ਕਿ ਮੈਂ ਉਹ ਵੀ ਬਣਾਉਣੀ ਹੈ? ਵੈਸੇ ਤਾਂ ਮੈਨੂੰ ਪੁੱਛਿਆ ਗਿਆ ਸੀ ਵੀ ਤੂੰ ਬਣਾ ਸਕਦਾ ਹੈ, ਕੋਈ ਐਗਜ਼ੀਬਿਸ਼ਨ ਲੱਗਣਾ ਸੀ, ਤੇ ਫਿਰ ਮੈਂ ਥੋੜ੍ਹੀ ਬਹੁਤ ਫਿਰ ਰਿਸਰਚ ਕੀਤੀ, ਕਿਉਂਕਿ ਉਸ ਵੇਲੇ ਮੈਨੂੰ ਇੰਨਾ ਪਤਾ ਨਹੀਂ ਸੀ ਹੈਗਾ ਬਾਪੂ ਸੂਰਤ ਸਿੰਘ ਜੀ ਬਾਰੇ, ਹੈ ਨਾ। ਤੇ ਫਿਰ ਜਦੋਂ ਪਤਾ ਲੱਗਿਆ ਪਿਆ ਆਹ ਕੋਜ਼ ਹੈ ਨਾ, ਤਾਂ ਹੈ ਨਾ, ਤੇ ਫਿਰ ਉੱਥੋਂ ਫਿਰ ਇੰਸਪੀਰੇਸ਼ਨ ਆਪ ਹੀ ਬਣਨ ਲੱਗ ਪਈ। ਫਿਰ ਤੁਸੀਂ ਦੇਖੋਗੇ ਪਿਆ ਉਹਦੇ ਵਿੱਚ ਇੱਕ ਚਿੜੀ ਆ ਨਾ, ਉਹਦੇ ਜੰਜੀਰਾਂ ਲੱਗੀਆਂ ਆ, ਹੈ, ਤੇ ਬਾਪੂ ਸੂਰਤ ਸਿੰਘ ਦੀ ਡਿਪਿਕਸ਼ਨ ਦੇ ਮੋਹਰੇ ਉਹ ਚਿੜੀ ਖੜੀ ਹੈ ਨਾ, ਤੇ ਫਿਰ ਉਹ ਵੀ ਦੇਖਦੇ ਆ ਨਾ। ਤੇ ਇਹ ਸਾਰੇ ਸਿੰਬਲਿਜ਼ਮ ਜਿੱਦਾਂ ਦੇਖੋ ਤਾਂ ਆਮ ਜੀ ਪੇਂਟਿੰਗ ਲੱਗਦੀ, ਪਰ ਉਹਦੇ ਵਿੱਚ ਕਾਫੀ ਜਿੱਦਾਂ ਗਹਿਰਾਈ ਮੈਂ ਡਾਲਣਾ ਚਾਹੁੰਦਾ ਹੁੰਦਾ ਹੈ, ਫਿਰ ਕੋਈ ਨਾ ਉਹਦੇ ਕੁਝ ਮੀਨਿੰਗ ਹੀ ਬਣੇ। ਸੋ ਤੁਸੀਂ ਕਿੰਨੀਆਂ ਕੁ ਹੁਣ ਤੱਕ ਪੇਂਟਿੰਗਸ ਬਣਾਈਆਂ ਹੈਗੀਆਂ, ਜੇ ਆਪਾਂ ਸਿੱਖ ਧਰਮ ਦੇ ਨਾਲ ਰਿਲੇਟਡ ਗੱਲ ਕਰੀਏ ਤਾਂ? ਸਿੱਖ ਧਰਮ ਦੇ ਹਿਸਾਬ ਨਾਲ ਕਾਫੀ ਬਣਾ ਚੁੱਕਿਆ ਆ। ਜੇ ਮੈਂ ਪੱਲਾ ਬਣਾਉਂਦਾ ਸੀ ਉੱਦਾਂ ਮੈਂ ਬਣਾ ਲੈਂਦਾ ਹੁੰਦਾ ਸੀ, ਤੇ ਫਿਰ ਸੰਭਾਲ ਕੇ ਰੱਖ ਲੈਂਦਾ ਸੀ, ਕਿਸੇ ਨੂੰ ਦਿਖਾਉਂਦਾ ਨਹੀਂ ਸੀ ਮੈਂ, ਹੈ ਨਾ। ਔਰ ਕਈ ਹੈਗੀਆਂ ਜੋ ਮੈਨੂੰ ਆਪ ਨਹੀਂ ਪਤਾ, ਪਿੱਛੇ ਉੱਥੇ ਘਰ ਸੰਭਾਲ ਕੇ ਰੱਖੀਆਂ ਹੋਣ, ਹੈ ਨਾ, ਕਿਤੇ ਨਾ ਕਿਤੇ ਪਈਆਂ ਹੋਣ, ਕਿਉਂਕਿ ਛੋਟੀ ਉਮਰ ਤੋਂ ਲੈ ਕੇ ਪ੍ਰਾਇਮਰੀ ਸਕੂਲ ਦੀ ਉਮਰ ਤੋਂ ਲੈ ਕੇ ਹੁਣ ਤੱਕ ਮੈਂ ਬਣਾਉਂਦਾ ਰਿਹਾ। ਸਿੱਖ ਆਰਟ ਸਿੱਖ ਦੇ ਜ਼ਰੀਏ ਤੁਸੀਂ ਜਿੱਦਾਂ ਤੁਹਾਡਾ ਜਿਹੜਾ ਆਰਟ ਹੈ ਪੂਰੀ ਦੁਨੀਆ ਦੇ ਸਾਹਮਣੇ ਆ ਰਿਹਾ, ਸੋ ਇੱਕ ਵਧੀਆ ਪਲੇਟਫਾਰਮ ਹੈਗਾ ਜਿਹੜਾ ਤੁਸੀਂ ਦਿੱਤਾ ਹੈਗਾ ਆਰਟ ਸਿੱਖ ਸਾਰੇ ਜਿਹੜੇ ਆਰਟਿਸਟ ਹੈਗੇ ਆ ਉਹਨਾਂ ਨੂੰ। ਤੇ ਇਹ ਜਿਹੜਾ ਇਹਦੇ ਨਾਲ ਤੁਸੀਂ ਦੱਸਿਆਗਾ ਕਾਫੀ ਪੂਰੇ ਵਰਲਡ ਤੋਂ ਜਿਹੜੇ ਆਰਟਿਸਟ ਇਹਦੇ ਨਾਲ ਜੁੜੇ ਹੈਗੇ ਆ। ਸੋ ਇਹਦੇ ਨਾਲ ਜਿਹੜੀ ਐਗਜ਼ੀਬਿਸ਼ਨ ਤੁਸੀਂ ਲਾਉਂਦੇ ਹੈਗੇ ਆ, ਇਹ ਤੁਹਾਨੂੰ ਬੁਲਾਇਆ ਜਾਂਦਾ ਜਾਂ ਤੁਸੀਂ ਖੁਦ ਜਦ ਕਿਤੇ ਜਾਣਾ ਹੁੰਦਾ? ਮੇਨਲੀ ਜਿੱਦਾਂ ਕਈ ਵਾਰੀ ਸਾਨੂੰ ਬੁਲਾਇਆ ਜਾਂਦਾ ਹੈਗਾ। ਹੁਣ ਕਈਆਂ ਨੂੰ ਜਿੱਦਾਂ ਪਤਾ ਲੱਗਣ ਲੱਗ ਪਿਆ, ਜਿੱਦਾਂ ਕਈ ਜਿਹੜੇ ਆਉਂਦੇ ਹੈਗੇ ਐਗਜ਼ੀਬਿਸ਼ਨ ਨੂੰ, ਉਹ ਫਿਰ ਪੁੱਛ ਲੈਂਦੇ ਵੀ ਤੁਸੀਂ ਸਾਡੇ ਕੋਲ ਵੀ ਲਾ ਸਕਦੇ ਆ, ਜਾਂ ਹੁਣ ਕਈ ਜਿੱਦਾਂ ਬਾਹਰੋਂ ਹੁਣ ਜਿਹੜੇ ਕਾਉਂਸਲ ਦੇ ਵਿੱਚ ਹੈਗੇ ਆ, ਉਹ ਵੀ ਸਾਨੂੰ ਹੁਣ ਸੱਦਣ ਲੱਗ ਪਏ ਹਨ। ਜਿਹੜਾ ਹੁਣ ਵੋਸੋ ਗੈਲਰੀ ਪਹਿਲੋਂ ਆਪਾਂ ਕੀਤਾ ਸੀਗਾ, ਹੁਣ ਪਰ ਅੱਜ ਹੁਣ ਜਦੋਂ 550th ਹੋਇਆ, ਅਸੀਂ ਐਕਚੁਅਲੀ ਬਰਮਿੰਘਮ ਲਾਇਬ੍ਰੇਰੀ ਨੂੰ ਅਪਰੋਚ ਕੀਤਾ ਸੀ। ਸੋ ਸੁਮਨ ਪੈਨ ਜੀ ਨੇ ਜਿੱਦਾਂ ਉਹਨਾਂ ਨੂੰ ਅਪਰੋਚ ਕੀਤਾ, ਜਾ ਕੇ ਮੀਟਿੰਗਾਂ ਹੋਈਆਂ ਉਹਨਾਂ ਦੇ ਨਾਲ, ਆਰਗੇਨਾਈਜ਼ ਕੀਤਾ, ਅਰੇਂਜ ਕੀਤਾ, ਤਾਂ ਜਾ ਕੇ ਉਹਨਾਂ ਨੇ ਸਾਰੀ ਸੇਵਾ ਕੀਤੀ ਆਰਟ ਵਰਕ ਲਾਉਣ ਦਾ ਵੀ, ਹੈ ਨਾ। ਓਕੇ, ਤੇ ਜੇ ਕਿਸੇ ਨੇ ਪੇਂਟਿੰਗ ਜਿੱਦਾਂ ਬਾਏ ਕਰਨੀ ਹੋਵੇ ਜਾਂ ਤੁਹਾਡੀ ਵੈਬਸਾਈਟ ਦੇ ਥਰੂ, ਉਹਦਾ ਕੀ? ਅਸੀਂ ਹੈ ਨਾ ਕੋਈ ਆਰਟ ਵਰਕ ਵੇਚਦੇ ਨਹੀਂ, ਅਸੀਂ ਜਿੱਦਾਂ ਉਹਨਾਂ ਨੂੰ ਕੰਟੈਕਟ ਦੇ ਦਿੰਦੇ ਆਰਟਿਸਟ ਦੇ। ਸੋ ਸਾਡਾ ਮੇਨ ਰੀਜ਼ਨ ਹੈਗਾ, ਅਸੀਂ ਚਾਹੁੰਦੇ ਪਏ ਜਦੋਂ ਅਵੇਅਰਨੈਸ ਹੋਵੇ ਉਹਨਾਂ ਦੇ ਆਰਟ ਵਰਕ ਬਾਰੇ, ਫਿਰ ਜੇ ਕਿਸੇ ਨੇ ਆਰਟ ਵਰਕ ਲੈਣੀ ਅਸੀਂ ਉਹਨਾਂ ਦੇ ਕੰਟੈਕਟ ਡਿਟੇਲਸ ਦੇ ਦਿੰਦੇ ਆ, ਤੁਸੀਂ ਆਪੇ ਜਾ ਕੇ ਆਰਟਿਸਟ ਨਾਲ ਗੱਲ ਕਰਕੇ, ਜਾਂ ਕਈ ਹੁੰਦੇ
ਪਏ ਕਿ ਮੈਂ ਕੋਈ ਕਈ ਜਿੱਦਾਂ ਉਹਨਾਂ ਨੂੰ ਚਾਹ ਹੁੰਦਾ ਵੀ ਮੈਂ ਕੋਈ ਆਰਟਵਰਕ ਬਣਵਾਵਾਂ ਕਿਸੇ ਤੋਂ, ਹਨਾ। ਸੋ ਕਈ ਵਾਰੀ ਆ ਕੇ ਰਿਕੁਐਸਟ ਕਰਦੇ ਨੇ ਵੀ ਮੈਨੂੰ ਇਦਾਂ ਦੀ ਫੋਟੋ ਚਾਹੀਦੀ, ਤੁਸੀਂ ਬਣਾ ਸਕਦੇ ਨੇ। ਸੋ ਮੈਂ ਕਿਹਾ ਬਿੰਦਰ ਵੀ ਰਿਕੁਐਸਟ ਕਰਦੇ ਹੁੰਦੇ ਹਨ। ਹਾਂ ਕਿ 2-4 ਵਾਰ ਸੋ ਤੁਹਾਨੂੰ ਰਿਕੁਐਸਟ ਆਉਂਦੀ ਆ ਇਹਨਾਂ ਦੀ ਜਿਹੜੀ ਆਰਗੇਨਾਈਜੇਸ਼ਨ ਦੇ ਥਰੂ, ਤੁਹਾਨੂੰ ਲੋਕ ਕੰਟੈਕਟ ਕਰਦੇ ਆ ਜਦੋਂ ਦੇਖਦੇ ਆ ਤੁਹਾਡਾ ਆਰਟ, ਦੇਖਦੇ ਆ ਤੁਹਾਡੀ ਜਿਹੜੀ ਬਣਾਈ ਹੋਈ ਪੋਰਟਰੇਟ ਦੇਖਦੇ ਆ। ਤੁਹਾਨੂੰ ਕਿੰਨਾ ਕੁ ਸਮਾਂ ਲੱਗਦਾ ਜਦੋਂ ਤੁਸੀਂ ਆਲਰੇਡੀ ਜਿੱਦਾਂ ਬਣਾਈ ਹੋਈ ਆ ਤੇ ਉਹਨੂੰ ਦੁਬਾਰਾ ਬਣਾਉਣਾ, ਉਹਦੇ ਤੇ ਤੁਸੀਂ ਐਗਜ਼ੈਕਟ ਸੇਮ ਬਣਾ ਲੈਂਦੇ ਆ? ਹੁਣ ਮੈਂ ਮੈਂ ਦੱਸਿਆ ਜਦੋਂ ਤੁਹਾਨੂੰ ਪੇ ਮੈਂ ਡਿਜੀਟਲ ਕੰਮ ਕਰਦਾ ਜ਼ਿਆਦਾ ਹੁਣ, ਤੇ ਉਹਦੀ ਖਾਸੀਅਤ ਇਹ ਆ ਕਿ ਤੁਸੀਂ ਜਿੰਨੀ ਮਰਜ਼ੀ ਪ੍ਰਿੰਟਸ ਬਣਾ ਸਕਦੇ ਹੋ ਉਸੇ ਕੁਆਲਿਟੀ ਤੇ, ਹੈ ਨਾ। ਤੇ ਬੰਦੇ ਦੀ ਮਰਜ਼ੀ ਹੁੰਦੀ ਪਏ ਉਹ ਕੈਨਵਸ, ਐਲੂਮੀਨੀਅਮ ਜਾਂ ਪੇਪਰ ਤੇ ਕਹਿ ਸਕਦੇ ਪਏ ਸਾਨੂੰ ਨਾ ਚਾਹੀਦੀ ਹੈ ਇਸ ਮੀਡੀਅਮ ਤੇ ਨਾ। ਤੇ ਫਿਰ ਜਦੋਂ ਮੈਂ ਕਿਹਾ ਪਏ ਕਿ ਡਿਜੀਟਲ ਹੈ ਤੁਸੀਂ ਵੱਡੀ ਛੋਟੀ ਬਣਾ ਸਕਦੇ ਹੋ ਜਿੱਦਾਂ ਮਰਜ਼ੀ। ਹਾਂਜੀ ਜੀ, ਤੇ ਫਿਰ ਉਹੀ ਪ੍ਰਿੰਟ ਦੇ ਦਿੰਦਾ। ਜਿਵੇਂ ਤੁਸੀਂ ਸਿੱਖ ਧਰਮ ਤੋਂ ਇਲਾਵਾ ਹੋਰ ਵੀ ਜਿਸ ਤੇ ਸਾਡੇ ਵਰਲਡ ਵਾਈਡ ਜਿਹੜੇ ਹਿਸਟੋਰੀਕਲ ਪਲੇਸਿਸ ਹੈਗੀਆਂ ਵਾ, ਹਾਂਜੀ, ਉਹਨਾਂ ਦਾ ਵੀ ਤੁਸੀਂ ਕੋਈ ਇਸ ਤਰ੍ਹਾਂ ਦੀ ਪੇਂਟਿੰਗ ਕੁਝ ਬਣਾਈ ਤੁਸੀਂ? ਮੈਨੂੰ ਸ਼ੁਰੂ ਤੋਂ ਧਰਮ ਦੀਆਂ ਗੱਲਾਂ ਬਹੁਤ ਪਸੰਦ ਸੀ, ਤਾਂ ਫਿਰ ਮੈਂ ਕ੍ਰਿਸਚੀਅਨਿਟੀ, ਹਿੰਦੂਇਜ਼ਮ, ਸਿੱਖਇਜ਼ਮ, ਹੈ ਨਾ, ਮੈਂ ਉਹਨਾਂ 'ਚ ਸਾਰੇ ਧਰਮਾਂ ਦੀ ਮੈਂ ਪੇਂਟਿੰਗਸ ਕੀਤੀਆਂ, ਬਣਾਈਆਂ। ਹਾਂਜੀ, ਓਕੇ, ਵੈਰੀ ਗੁੱਡ। ਤੇ ਜਿੱਦਾਂ ਜੇ ਆਪਾਂ ਆਰਟ ਸਿੱਖ ਦੀ ਗੱਲ ਕਰਦੇ ਆ ਨਾ, ਤੁਸੀਂ ਇੱਕ ਜਿਹੜੀ ਆਰਗੇਨਾਈਜੇਸ਼ਨ ਚਲਾਈ ਹੋਈ ਆ, ਇਹਦੇ ਵਿੱਚ ਤੁਹਾਡੀ ਟੀਮ ਕਿੰਨੀ ਕੁ ਹੈਗੀ ਆ? ਮਤਲਬ ਕਿੰਨਾ ਕੁ ਤੁਹਾਨੂੰ ਸਪੋਰਟ ਹੈਗਾ? ਇਹਨੂੰ ਤੁਸੀਂ ਕਿਵੇਂ ਵਰਕ ਕਰਦੇ ਹੋ ਇਹਦੇ ਨਾਲ? ਸੋ ਮੇਨ ਜਿੱਦਾਂ ਆਪਾਂ 2 ਜਣੇ ਹੈਗੇ ਜਿਹੜੇ ਮੇਨ ਜਿੱਦਾਂ ਰਨ ਕਰਦੇ ਆ। ਮੈਂ ਹੈਗਾ ਤਾਂ ਨਾਲ ਇੱਕ ਸੁਮਨ ਭੈਣ ਜੀ, ਉਹ ਵੀ ਇੱਕ ਆਰਟ ਟੀਚਰ ਹੈਗੇ ਨੇ। ਸੋ ਉਹਨਾਂ ਨੂੰ ਵੀ ਆਰਟ ਬਾਰੇ ਕਾਫੀ ਜਾਣਕਾਰੀ ਹੈਗੀ ਆ। ਉਹ ਮੇਨਲੀ ਉਹ ਚਲਾਉਂਦੇ ਆ ਜਿੱਦਾਂ ਐਗਜ਼ੀਬਿਸ਼ਨ ਦਾ, ਕਿਉਂਕਿ ਉਹਨਾਂ ਨੂੰ ਪਤਾ ਹੈਗਾ ਲਾਈਕ ਇਸ ਚੀਜ਼ ਬਾਰੇ। ਐਂਡ ਅਸੀਂ ਜ਼ਿਆਦਾ ਕਰਕੇ ਜਿੱਦਾਂ ਸਪੋਰਟ ਕਰਦੇ ਆਨਲਾਈਨ ਆਰਟਿਸਟ ਨੂੰ। ਸੋ ਸਾਡੀ ਇੰਸਟਾਗ੍ਰਾਮ ਵੀ ਬਣੀ ਆ, ਉੱਥੇ ਅਸੀਂ ਜਦੋਂ ਜਿਹੜਾ ਵੀ ਆਰਟ ਵਰਕ ਅਸੀਂ ਦੇਖਦੇ ਆਨਲਾਈਨ, ਅਸੀਂ ਉਹਨੂੰ ਜਿੱਦਾਂ ਸ਼ੇਅਰ ਕਰਦੇ ਨੇ। ਸੋ ਪੀਪਲ ਕੈਨ ਫਾਈਂਡ ਆਊਟ ਅਬਾਊਟ ਇਟ। ਐਂਡ ਆਲਸੋ ਜਿੱਦਾਂ ਸਾਡੇ ਵੋਲੰਟੀਅਰ ਵੀ ਹੈਗੇ, ਪਿੰਦਰ ਵਰਗੇ ਹੋਰ ਵੀ ਆਰਟਿਸਟ ਹੈਗੇ ਆ ਲਾਈਕ ਨੇ, ਐਂਡ ਉਹ ਸਾਰੇ ਹੈਲਪ ਕਰਦੇ ਆ ਕੇ ਸਾਡੇ ਨਾਲ, ਹੈ ਨਾ। ਸੋ ਜਿਹੜੇ ਤੁਸੀਂ ਕਹਿੰਦੇ ਕਿ ਦੂਰੋਂ ਆਰਟਿਸਟ ਤੁਹਾਡੇ ਨਾਲ ਜੁੜੇ ਹੈਗੇ ਆ, ਉਹਨਾਂ ਨੇ ਤੁਹਾਨੂੰ ਅਪਰੋਚ ਕੀਤਾ ਸੀ ਜਾਂ ਤੁਸੀਂ ਉਹਨਾਂ ਨੂੰ ਅਪਰੋਚ ਕੀਤਾ ਸੀ? ਉਹ ਸਾਨੂੰ ਜਿੱਦਾਂ ਹੁਣ ਜਦੋਂ ਆਪਾਂ ਐਗਜ਼ੀਬਿਸ਼ਨ ਕਰਨ ਲੱਗ ਪਏ ਤਾਂ ਅਸੀਂ ਫੋਟੋ ਆਨਲਾਈਨ ਇੰਸਟਾਗ੍ਰਾਮ ਤਾਂ ਫੇਸਬੁੱਕ ਤੇ ਲਾਉਣ ਲੱਗ ਪਏ। ਫਿਰ ਉਹ ਸਾਨੂੰ ਕੰਟੈਕਟ ਕਰਨ ਲੱਗ ਪਏ ਅਸੀਂ ਵੀ ਆਰਟ ਵਰਕ ਬਣਾਏ, ਸ਼ੇਅਰ ਕਰ ਸਕਦੇ ਹਾਂ। ਫਿਰ ਅਸੀਂ ਉਹਨਾਂ ਦੇ ਰਿਕੁਐਸਟ ਜਿੱਦਾਂ ਸਾਡੀ ਲਿਸਟ ਬਣੀ ਹੁੰਦੀ ਅਸੀਂ ਫਿਰ ਸ਼ੇਅਰ ਕਰਦੇ ਹੁੰਦੇ ਆ ਨਾ ਐਵਰੀ ਸੋ ਆਫਟਨ। ਤਾਂ ਫਿਰ ਜਿਹੜੇ ਹੁਣ ਇੰਡੀਆ ਤੋਂ ਜਿਹੜੇ ਆਰਟਿਸਟ ਹੈਗੇ ਸਾਡੇ ਕਾਫੀ ਹੈਗੇ ਇੰਡੀਆ ਤੋਂ ਆਰਟਿਸਟ, ਉਹ ਕਾਫੀ ਜਿੱਦਾਂ ਸਟਰਗਲ ਕਰ ਰਹੇ ਨੇ। ਸੋ ਵਾਟ ਵੀ ਡੂ ਇਜ਼ ਅਸੀਂ ਜਿੱਦਾਂ ਥੋੜ੍ਹਾ ਜਿਹਾ ਜਿੱਦਾਂ 10 ਪਾ ਕੇ ਉਹ ਸਾਨੂੰ ਡਿਜੀਟਲ ਆਰਟ ਵਰਕ ਭੇਜ ਦਿੰਦੇ ਆ, ਐਂਡ ਅਸੀਂ ਪ੍ਰਿੰਟ ਕਰਾ ਦਿੰਦੇ ਕੈਨਵਸ ਤੇ ਉਹਨਾਂ ਦੇ ਵਾਸਤੇ, ਤੇ ਵੀ ਕੈਨ ਪੁੱਟ ਇਟ ਇਨ ਦ ਐਗਜ਼ੀਬਿਸ਼ਨ, ਕਿਉਂਕਿ ਉਹਨਾਂ ਦੇ ਵਾਸਤੇ ਬਣਾਉਣੇ ਤਾਂ ਭੇਜਨੇ ਕਾਫੀ। ਸੋ ਪਰ ਜਿਹੜੇ ਲਾਗੇ ਜਿੱਦਾਂ UK ਦੇ ਵਿੱਚ ਅਦਰ ਪਲੇਸਿਸ, ਉਹ ਯੂਜਲੀ ਅਸੀਂ ਉਹਨਾਂ ਨੂੰ ਕਹਿੰਦੇ ਤੁਸੀਂ ਪ੍ਰਿੰਟ ਕਰਵਾ ਕੇ ਆਪਣੇ ਆਰਟ ਵਰਕ ਸਾਡੇ ਕੋਲ ਭੇਜ ਦਿਓ। ਸਾਡੇ ਕੋਲ ਕਾਫੀ ਜਿੱਦਾਂ ਕਲੈਕਸ਼ਨ ਜਿਹੀ ਬਣ ਗਈ, ਐਂਡ ਅਸੀਂ ਜਾ ਕੇ ਫਿਰ ਜਿੱਥੇ ਵੀ ਆਪਾਂ ਐਗਜ਼ੀਬਿਸ਼ਨ ਕਰਨਾ, ਡਿਪੈਂਡਿੰਗ ਔਨ ਵਾਟ ਦ ਸਬਜੈਕਟ, ਹੁਣ ਜਿੱਦਾਂ ਲਾਇਬ੍ਰੇਰੀ ਦੇ ਵਿੱਚ ਸਾਡੀ ਸਬਜੈਕਟ ਸੀ ਗੁਰੂ ਨਾਨਕ, ਸੋ ਆਪਾਂ ਸਾਰੇ ਗੁਰੂ ਨਾਨਕ ਦੇਵ ਜੀ ਦਾ ਇਮੇਜਿਸ ਸਿਲੈਕਟ ਕੀਤੀਆਂ। ਸੋ ਕਾਫੀ ਡਿਫਰੈਂਟ ਸਬਜੈਕਟਸ ਬਾਰੇ। ਸੋ ਤੁਸੀਂ ਸਿਲੈਕਟ ਕਿਵੇਂ ਕਰਦੇ ਹੋ ਪੋਰਟਰੇਟਸ? ਸੋ ਡਿਪੈਂਡ ਹੁੰਦਾ ਪਏ ਕਿੱਦਾਂ ਦਾ ਐਗਜ਼ੀਬਿਸ਼ਨ ਹੈਗਾ, ਅਸੀਂ ਫਿਰ ਪਹਿਲਾਂ ਦੇਖਦੇ ਪਏ। ਕਈ ਵਾਰੀ ਰਿਕੁਐਸਟ ਹੁੰਦਾ, ਹੁਣ ਜਿੱਦਾਂ ਲਾਇਬ੍ਰੇਰੀ ਕਹਿੰਦੇ ਸੀ ਗੁਰੂ ਨਾਨਕ ਦੇਵ ਜੀ ਦੇ ਬਾਰੇ, ਉਹਨਾਂ ਦੇ ਲਾਈਫ ਬਾਰੇ, ਉਹਨਾਂ ਦੇ ਮੈਸੇਜ ਬਾਰੇ ਸਾਨੂੰ ਚਾਹੀਦੇ ਪੀਸ। ਸੋ ਅਸੀਂ ਉਹਨਾਂ ਨੂੰ ਸਿਲੈਕਸ਼ਨ ਦਿਖਾ ਸਕਦੇ, ਉਹ ਫਿਰ ਸਿਲੈਕਟ ਵੀ ਕਰ ਸਕਦੇ ਪਏ ਆਹ ਚੀਜ਼ਾਂ ਸਾਨੂੰ ਚਾਹੀਦੀਆਂ। ਐਂਡ ਬਟ ਜਨਰਲੀ ਕਈ ਵਾਰੀ ਜਿੱਦਾਂ ਹੁਣ ਵੋਸੋ ਗੈਲਰੀ ਆਪਾਂ ਕੀਤਾ ਵਿਸਾਖੀ ਬਾਰੇ, ਉਹ ਤੇ ਫਿਰ ਖੁੱਲ੍ਹਾ ਸੀਗਾ, ਫਿਰ ਆਪੀ ਨਾਲੇ ਉਹਨਾਂ ਨੇ ਸਾਨੂੰ ਜ਼ਿਆਦਾ ਜਗ੍ਹਾ ਦਿੱਤੀ ਸੀ, ਕਾਫੀ ਵੱਡਾ room ਸੀਗਾ। So we had ਤਕਰੀਬਨ about 50-60 pieces of artwork around, ਹੈ ਨਾ। ਓਕੇ ਭਿੰਦਰ ਜੀ, ਜਿਵੇਂ ਕਿ ਤੁਹਾਨੂੰ ਤੁਹਾਡੀ ਆਪਣੀ ਜਿਹੜੀ ਪੇਂਟਿੰਗ ਹੈ, ਹਾਂਜੀ, ਜਾਂ ਡਿਜੀਟਲ ਜਾਂ ਕਿ ਤੁਸੀਂ ਬਾਏ ਹੈਂਡ ਜਿਹੜੀ ਬਣਾਈ ਹੈਗੀ ਆ, ਹਾਂਜੀ, ਹੁਣ ਤੱਕ ਦੀ ਮੋਸਟ ਇੰਪੋਰਟੈਂਟ ਜਿਹੜੀ ਹੈ, ਜਿਹਨੂੰ ਮੋਸਟ ਜਿਹੜੀ ਵਧੀਆ ਜਿਹਨੂੰ ਕਿਹਾ ਜਾ ਸਕਦਾ, ਜਿਹਦੇ ਲਈ ਮੈਸੇਜ ਵੀ ਗਿਆ ਹੋਵੇ, ਹਾਂਜੀ, ਦੁਨੀਆ ਦੇ ਵਿੱਚ ਮੈਸੇਜ ਵੀ ਗਿਆ ਹੋਵੇ, ਔਰ ਤੁਹਾਨੂੰ ਆਪਣੇ ਆਪ ਨੂੰ ਵੀ ਉਹ ਚੰਗੀ ਲੱਗੇ ਹੋਵੇ, ਕਿਹੜੀ ਆ? ਮੈਂ ਕਹਾਂਗਾ ਗੁਰੂ ਨਾਨਕ ਦੇਵ ਜੀ ਦੀ ਆ, ਜੋ ਹੁਣ ਐਗਜ਼ੀਬਿਸ਼ਨ ਤੇ ਲੱਗੀ ਆ ਉੱਥੇ ਲਾਇਬ੍ਰੇਰੀ ਦੇ ਵਿੱਚ। ਸਭ ਤੋਂ ਮੇਰੀ ਮਨਪਸੰਦ ਉਹ ਆ, ਕਿਉਂਕਿ ਉਹ 'ਚ ਮੇਰੀ ਭਾਵਨਾ ਕਾਫੀ ਮੈਂ ਪਿੱਛ ਪਾਈ, ਅਤੇ ਉਹ 'ਚ ਸਿੰਬਲਿਜ਼ਮ ਵੀ ਬਹੁਤ ਕੀਤੀ ਆ, ਜੀ, ਹੈ ਨਾ।
ਸੋ ਬਹੁਤ ਵਧੀਆ ਜੀ। ਆਰਟ ਸਿੱਖ ਦੀ ਐਗਜ਼ੀਬਿਸ਼ਨ ਜਿਹੜੀ ਹੈਗੀ ਆ ਬਰਮਿੰਗਮ ਲਾਇਬ੍ਰੇਰੀ ਦੇ ਵਿੱਚ ਲੱਗੀ ਹੋਈ ਆ। ਸੋ 2 ਵੀਕ ਤੁਸੀਂ ਦੱਸਿਆ ਹੈਗਾ ਐਂਡ ਆਫ ਜਨਵਰੀ ਤੱਕ ਇਹ ਜਿਹੜੀ ਐਗਜ਼ੀਬਿਸ਼ਨ ਉੱਥੇ ਰਹਿਣੀ ਹੈਗੀ ਆ। ਤੁਸੀਂ ਜ਼ਰੂਰ ਜਾਓ ਤੇ ਇਹ ਜਿਹੜੀ ਐਗਜ਼ੀਬਿਸ਼ਨ ਜ਼ਰੂਰ ਦੇਖ ਕੇ ਆਓ, ਤੇ ਤਾਂ ਜੋ ਜਿਹੜੇ ਅਸੀਂ ਇਹ ਕਹਿੰਦੇ ਕਿ ਇਸ ਪਲੇਟਫਾਰਮ ਦੇ ਜ਼ਰੀਏ, ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਚਾਹੁੰਦੇ ਵੱਧ ਤੋਂ ਵੱਧ ਆਰਟਿਸਟ ਜਿੰਨੇ ਵੀ ਸਾਨੂੰ ਇਸ ਟਾਈਮ ਸੁਣ ਰਹੇ ਆ ਉਹਨਾਂ ਤੱਕ ਇਹ ਮੈਸੇਜ ਪਹੁੰਚੇ ਕਿ ਜੇ ਤੁਸੀਂ ਆਪਣਾ ਆਰਟ ਪੂਰੀ ਦੁਨੀਆ ਦੇ ਵਿੱਚ ਦਿਖਾਉਣਾ ਚਾਹੁੰਦੇ ਆ ਤਾਂ ਇਹ ਇੱਕ ਜ਼ਰੀਆ ਹੈਗਾ। ਆਰਟ ਸਿੱਖ ਜਿਹੜੀ ਇਹਨਾਂ ਦੀ ਵੈਬਸਾਈਟ ਹੈਗੀ ਆ, ਤੁਸੀਂ ਉਹਦੇ ਤੇ ਜਾ ਕੇ ਬਾਕੀ ਜਿਹੜੀ ਜਾਣਕਾਰੀ ਤਰਨ ਸਿੰਘ ਤੁਹਾਨੂੰ ਦੇ ਦਿੰਦੇ ਆ। ਤੁਹਾਡੇ ਕੋਲ ਸਮਾਂ ਹੋ ਗਿਆ ਜੀ ਬ੍ਰੇਕ ਵੱਲ ਵਧਣ ਦਾ, 1 ਮਿੰਟ ਹੈਗਾ। ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਕਿਵੇਂ ਤੁਹਾਨੂੰ ਜੇ ਕਿਸੇ ਨੇ ਅਪਰੋਚ ਕਰਨਾ, ਕਿਵੇਂ ਆਪਣੇ ਆਰਟਿਸਟ ਜਿਹੜੇ ਤੁਹਾਡੇ ਨਾਲ ਸੰਪਰਕ ਕਰਨਾ ਚਾਹੁੰਦੇ ਕਿਵੇਂ ਕਰ ਸਕਦੇ ਆ? ਹਾਂਜੀ, ਸੋ ਅਸੀਂ ਇੰਸਟਾਗ੍ਰਾਮ, ਫੇਸਬੁੱਕ, ਸਾਡੀ ਵੈਬਸਾਈਟ ਵੀ ਬਣੀ ਆ, ਜਸਟ ਸਰਚ ਫॉर ਆਰਟ ਸੀਕ, ਤਾਂ ਉੱਥੇ ਤੁਹਾਨੂੰ ਸਾਰਾ ਇਨਫੋਰਮੇਸ਼ਨ ਮਿਲ ਜੂਗਾ। ਸਾਨੂੰ ਬਸ ਈਮੇਲ ਭੇਜ ਦਿਓ ਐਂਡ ਫਿਰ ਆਪਾਂ ਜਿੱਦਾਂ ਤੁਹਾਡਾ ਆਰਟ ਵਰਕ ਦੇ ਕੇ ਫਿਰ ਅਸੀਂ ਤੁਹਾਨੂੰ ਐਡਵਾਈਸ ਦੇ ਸਕਦੇ ਹਾਂ ਵੀ ਕਿਤੇ ਕਿਤੇ ਆਪਾਂ ਜਦੋਂ ਆਪਾਂ ਲਿਸਟ ਦੇ ਵਿੱਚ ਪਾ ਦਿੰਦੇ, ਫਿਰ ਜਦੋਂ ਵੀ ਸਾਡਾ ਐਕਸੀਬਿਸ਼ਨ ਹੁੰਦਾ ਅਸੀਂ ਫਿਰ ਸਾਰਿਆਂ ਨੂੰ ਕੰਟੈਕਟ ਕਰ ਦਿੰਦੇ ਪਏ ਐਕਸੀਬਿਸ਼ਨ ਹੋਣਾ ਇਸ ਸਬਜੈਕਟ ਹੈ, ਜੇ ਤੁਹਾਡੇ ਕੋਲ ਆਰਟ ਵਰਕ ਹੈ ਤੁਸੀਂ ਸਾਨੂੰ ਭੇਜੋ। ਓਕੇ, ਬਿਲਕੁਲ ਜੀ। ਤੁਸੀਂ ਇਸ ਵੇਲੇ ਕਿਉਂਕਿ ਸਿੱਖ ਚੈਨਲ ਤੁਹਾਨੂੰ ਵਿਊਅਰ ਸਾਡੇ ਦੇਖ ਰਹੇ ਆ, ਹਾਂਜੀ, ਸਿੱਖ ਚੈਨਲ ਨੂੰ ਅਖੀਰ ਵਿੱਚ ਕੀ ਮੈਸੇਜ ਜਿਹੜਾ ਤੁਸੀਂ ਕੀ ਦੇਣਾ ਚਾਹੋਗੇ ਸਿੱਖ ਚੈਨਲ ਬਾਰੇ ਵੀ? ਸਿੱਖ ਚੈਨਲ ਬਾਰੇ ਪੇ ਸ਼ੁਕਰੀਆ ਕਰਨਾ ਚਾਹੂੰਗਾ ਕਿ ਸਾਨੂੰ ਇਹ ਮੌਕਾ ਦਿੱਤਾ ਇੱਥੇ ਆਉਣ ਦਾ ਤੇ ਗੱਲ ਕਰਨ ਦਾ, ਤੇ ਬੱਚਿਆਂ ਨੂੰ ਵੀ ਪਤਾ ਲੱਗੇ ਨਾ ਵੀ ਇਸ ਲਾਈਨ ਤੇ ਲੱਗਣ ਕਿਸ ਤਰ੍ਹਾਂ ਨਾ, ਵੀ ਧਿਆਨ ਉਸ ਪਾਸੇ ਜਾਵੇ। ਬਸ ਇਹੀ ਗੱਲ ਵੀ ਸ਼ੁਕਰੀਆ ਤੁਹਾਡਾ ਸਾਰਿਆਂ ਦਾ। ਠੀਕ ਹੈ। ਸੋ ਤੁਸੀਂ ਕੀ ਕਹਿਣਾ ਚਾਹੋਗੇ? ਨਹੀਂ, ਜਸਟ ਥੈਂਕ ਯੂ ਸਾਨੂੰ ਟਾਈਮ ਦੇਣ ਦਾ ਨਾ, ਟੂ ਟੈਲ एवरीवन ਅਬਾਊਟ ਦ ਐਕਸੀਬਿਸ਼ਨ। ਜੀ ਬਿਲਕੁਲ, ਬਹੁਤ ਧੰਨਵਾਦ ਤੁਹਾਡਾ ਇੱਥੇ ਸ਼ੋਅ ਦੇ ਆਉਣ ਦੇ ਲਈ। ਸੋ ਇੱਥੇ ਅਸੀਂ ਲੈਂਦੇ ਜੀ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਸਾਡੇ ਜਿਹੜੇ ਦੂਸਰੇ ਗੈਸਟ ਉਹ ਵੀ ਸਾਡਾ ਇੰਤਜ਼ਾਰ ਕਰ ਰਹੇ ਆ ਤੁਹਾਡੇ ਨਾਲ ਰੂਬਰੂ ਹੋਣ ਦਾ, ਤੇ ਤੁਸੀਂ ਕਿਤੇ ਨਹੀਂ ਜਾਣਾ, ਇਸੇ ਤਰ੍ਹਾਂ ਦੇਖਦੇ ਰਹੋ ਬ੍ਰੇਕਫਾਸਟ ਸ਼ੋਅ। ਮਿਲਦੇ ਆ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।